ਵਸਦੇ ਹੀ ਉਹਨਾਂ ਵਿੱਚੋਂ, ਉਹਨਾਂ ਸਿੱਖਾਂ ਵਿੱਚੋਂ ਜਿੰਨਿਆਂ ਦੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਡੀਕ ਕਰਦੇ ਸਨ, ਜਾਂ ਕਹਿ ਲਈਏ ਜਿੰਨੀ ਸਿੱਖੀ ਸੇਵਕੀ ਸੀ ਉਹਨੇ ਨਹੀਂ ਸਨ ਆਏ। ਕਰਹਿ ਸੋ ਤਿਆਰੀ ਐ ਬੋ ਜਾਵਦ। ਤੇ ਕੁਝ ਕੁ ਜਿਹੜੇ ਸੀ ਨਾ ਉਹ ਮਹਾਰਾਜ ਸੱਚੇ ਪਾਤਸ਼ਾਹ ਕੋਲ ਜਾਣਾ ਚਾਹੁੰਦੇ ਨੇ। ਗਮਨੇ ਆਗੇ ਸਤਿਗੁਰ ਤਾਵਦ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਜਦੋਂ ਮਹਾਰਾਜ ਰੁਕੇ ਨੇ ਉਦੋਂ ਤੇ ਕੋਈ ਵੀ ਮਿਲਣ ਨਹੀਂ ਆਇਆ, ਤੇ ਮਹਾਰਾਜ ਅਗਾਂਹ ਚੱਲ ਪਏ। ਨਹਿ ਪ੍ਰੇਮੀ ਸਿੱਖ ਤਹਾਂ ਨਿਹਾਰੇ। ਕੋਈ ਪ੍ਰੇਮੀ ਸਿੱਖ ਨਾ ਭਾਵਨਾ ਵਾਲਾ ਸਿੱਖ ਕੋਈ ਨਾ ਦੇਖਿਆ। ਬਿਨਾ ਮਿਲੇ ਗੁਰ ਅਗਰ ਸਿਧਾਰੇ। ਬਿਨਾ ਮਿਲੇ ਹੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਅੱਗੇ ਨੂੰ ਚਾਲਾ ਪਾਉਂਦੇ ਹਨ। ਪਿੱਛੇ ਪਛਤਾਵਤ ਸੋ ਰਹੇ। ਜਿਹੜੇ ਬਾਅਦ ਚ ਸਿੱਖਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਨੇ, ਇਹ ਵੀ ਰਾਜ ਮਹਿਲ ਇਲਾਕੇ ਚ, ਬੰਗਾਲ ਦਾ ਇਲਾਕਾ ਸਾਰਾ ਹੀ ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਪਤਾ ਲੱਗਾ। ਹੁਣ ਉਹਨਾਂ ਸਿੱਖਾਂ ਵਾਸਤੇ ਬੜੀ ਅਚੰਭੇ ਵਾਲੀ ਗੱਲ ਸੀ। ਪੰਜਾਬ ਦੇ ਇਲਾਕੇ ਦੇ ਸਿੱਖਾਂ ਨੂੰ ਜੇ ਕਿਤੇ ਪਤਾ ਲੱਗ ਜਾਂਦਾ ਸੀ ਨਾ ਕਿ ਮਹਾਰਾਜ ਸਾਹਿਬ ਸਾਡੇ ਨਗਰ ਦੇ ਲਾਗੋਂ ਲੰਘ ਗਏ ਆ, ਤਾਂ ਉਹ ਸਿੱਖ ਅਗਲੇ ਨਗਰ ਜਾ ਕੇ ਮਿਲ ਲੈਂਦੇ ਹੁੰਦੇ ਸੀ, ਵੀ ਜਾਂ ਮਹਾਰਾਜ ਸਾਹਿਬ ਜੀ ਦਾ ਅੰਮ੍ਰਿਤਸਰ ਮਿਲਦੇ ਸੀ, ਜਾਂ ਜਿੱਥੇ ਮਹਾਰਾਜ ਸਾਹਿਬ ਦਾ ਵਿਸ਼ੇਸ਼ ਪੱਕਾ ਟਿਕਾਣਾ ਹੁੰਦਾ ਸੀ ਉੱਥੇ ਮਹਾਰਾਜ ਸਾਹਿਬ ਨੂੰ ਸੰਗਤਾਂ ਜਾ ਕੇ ਮਿਲ ਲੈਂਦੀਆਂ ਸੀ। ਪਰ ਇਹਨਾਂ ਗੁਰਸਿੱਖਾਂ ਦੇ ਵੇਲੇ ਤਾਂ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਆਏ ਸੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਤੇ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਸੀ ਇਹ ਜਿਹੜੀ। ਉਹਨਾਂ ਨੂੰ ਇਹ ਸਭ ਤੋਂ ਵੱਡਾ ਘਾਟਾ ਸੀ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਬਾਅਦ ਪਹਿਲੀ ਵਾਰ ਕੋਈ ਪਾਤਸ਼ਾਹੀ ਸਾਡੇ ਨਗਰਾਂ ਵਿੱਚ ਆਈ ਹੈ, ਤੇ ਆਪਾਂ ਮਿਲੇ ਨਹੀਂ। ਉਹ ਪਛਤਾਏ ਬਾਅਦ ਵਿੱਚ। ਮੂਡਨ ਨਹੀਂ ਮਹਾਤਮ ਲਹੇ। ਤੇ ਮੂਰਖਾਂ ਨੇ ਗੁਰੂ ਸਾਹਿਬ ਪਾਤਸ਼ਾਹ ਦਾ ਮਹਾਤਮ ਨਹੀਂ ਲਿਆ। ਪੂਰਬ ਜਿਨਹੁ ਨਾ ਭਾਗ ਉਦੋਤੇ। ਤੇ ਪੂਰਬ ਜਿਨਹੁ ਨਾ ਭਾਗ ਉਦੋਤੇ। ਕਵੀ ਸਾਹਿਬ ਕਹਿੰਦੇ ਜਿਨ੍ਹਾਂ ਦੇ ਭਾਗ ਚੰਗੇ ਨਾ ਹੋਵਣ, ਤਿਨ ਕੀ ਦਸ਼ਾ ਇਸੀ ਬਿਦ ਹੋਤੇ। ਤਾਂ ਸਮਝ ਲਓ ਜਿਨ੍ਹਾਂ ਦੇ ਭਾਗ ਚੰਗੇ ਨਾ ਹੋਣ, ਉਹਨਾਂ ਦੀ ਦਸ਼ਾ ਐਸੀ ਹੀ ਹੁੰਦੀ ਵੀ ਗੁਰੂ ਭਾਵੇਂ ਨਗਰ ਦੇ ਵਿੱਚ ਵੀ ਆਵੇ ਤੇ ਤਾਂ ਵੀ ਉਹ ਦੀਦਾਰ ਨਹੀਂ ਕਰ ਪਾਉਂਦੇ, ਦਰਸ਼ਨ ਨਹੀਂ ਕਰ ਪਾਉਂਦੇ। ਇੱਕ ਸਤਿਗੁਰ ਨਹਿ ਦਰਸੇ ਜਾਏ। ਇਹ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਉਸ ਵੇਲੇ ਕਵੀ ਸਾਹਿਬ ਦੱਸਦੇ ਹਨ ਕਿ ਜਿਹੜੇ ਸਿੱਖ ਸੀ ਨਾ ਉਹਨਾਂ ਨੂੰ ਬਾਅਦ 'ਚ ਪਛਤਾਵਾ ਤੇ ਬੜਾ ਹੋਇਆ। ਉਹ ਗਏ ਨਹੀਂ, ਇਸੇ ਗੱਲ ਦਾ ਝੋਰਾ ਕਰਕੇ ਬਹਿ ਗਏ। ਬਿਨਾ ਭਾਗ ਤੇ ਕੋ ਕਿਮ ਪਾਏ। ਭਾਗਾਂ ਤੋਂ ਬਿਨਾ ਸੰਗਤ ਕਿਵੇਂ ਮਿਲਦੀ ਹੈ। ਚੱਲ ਕਿਰਪਾਲ ਜਬ ਆਗੇ ਗਏ। ਮਹਾਰਾਜ ਸਾਹਿਬ ਚੱਲਦੇ ਚੱਲਦੇ ਅੱਗੇ ਚਲੇ ਗਏ। ਨਗਰ ਮਾਲ ਦਹਿ ਪ੍ਰਾਪਤ ਪਏ। ਮਹਾਰਾਜ ਸਾਹਿਬ ਚੱਲਦੇ ਚੱਲਦੇ ਮਾਲ ਦਾ ਨਗਰ ਇੱਕ ਆਉਂਦਾ, ਉੱਥੇ ਜਾ ਪਹੁੰਚੇ ਹਨ। ਇਸ ਪੁਰ ਜਹ ਸੰਗਤ ਇਸ ਥਾਨ। ਉਸ ਨਗਰ ਵਿੱਚ ਵੀ ਸਿੱਖੀ ਹੈਗੀ ਸੀ, ਪਰ ਕੋਈ ਸਿੱਖ ਉਸ ਜਗ੍ਹਾ ਤੇ ਬਣੀ ਹੋਈ ਧਰਮਸ਼ਾਲਾ 'ਚ ਨਹੀਂ ਆਇਆ। ਜਾਏ ਬਿਰਾਜੇ ਕਿਰਪਾ ਨਿਦਾਨ। ਮਹਾਰਾਜ ਸਾਹਿਬ ਜਦੋਂ ਮਾਲਦਾ ਨਗਰ ਵਿੱਚ ਜਾ ਬਿਰਾਜੇ ਹਨ ਤਾਂ ਤਹਿ ਵੀ ਸਿੱਖ ਨਾ ਕੋ ਆਇਓ। ਉੱਥੇ ਵੀ ਕੋਈ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਣ ਨਹੀਂ ਸੀ ਆਇਆ। ਸੇਵਾ ਕਰੀ ਨਾ ਫਲ ਕੋ ਪਾਇਓ। ਨਾ ਕੋਈ ਸੇਵਾ ਕੀਤੀ, ਨਾ ਕੋਈ ਫਲ ਪ੍ਰਾਪਤ ਹੋਇਆ। ਸੁਨ ਸਥਾਨ ਹੀਰ ਗੁਰ ਪੁੱਛਾ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਸੁਨ ਸਥਾਨ ਨੂੰ ਦੇਖਿਆ ਹੈ। ਕੈਸੇ ਕਰ ਸਿੱਖਨ ਤੇ ਸ਼ੋਸ਼ਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ, ਕਹਿੰਦੇ ਵੀ ਇਹ ਧਰਮਸ਼ਾਲਾ ਗੁਰੂ ਕੇ ਸਿੱਖਾਂ ਨੇ ਗੁਰੂ ਕੀ ਸਿੱਖੀ ਦੇ ਪ੍ਰਚਾਰ ਵਾਸਤੇ ਬਣਾਈ ਆ, ਤੇ ਕੀ ਗੱਲ ਇੱਥੇ ਕੋਈ ਸਿੱਖ ਨਹੀਂ ਵਸਦਾ।
ਕਿ ਇੱਥੇ ਸਿੱਖ ਕੋਈ ਆਇਆ ਕਿਉਂ ਨਹੀਂ ਹੈ। ਆਵਤ ਜਾਤ ਨ ਦਿਖਤ ਕੋਈ, ਨਾ ਹੀ ਕੋਈ ਆਉਣ ਜਾਣ ਵਾਲਾ ਦਿਸ ਰਿਹਾ ਹੈ। ਧਰਮਸਾਲ ਮਹਿ ਥਿਰ ਨਹਿ ਸੋਈ, ਕਿ ਧਰਮਸ਼ਾਲਾ ਵਿੱਚ ਕੋਈ ਨਹੀਂ ਵਸਦਾ ਦਿਸਦਾ। ਸੁਨ ਕਰ ਸ਼੍ਰੀ ਮੁਖ ਤੇ ਇਮ ਬਾਨੀ, ਸ੍ਰੇਸ਼ਟ ਮੁਖ ਤੋਂ ਇਸ ਤਰ੍ਹਾਂ ਸੁਣ ਕਰਕੇ ਮਹਾਰਾਜ ਸਾਹਿਬ ਦੇ ਬਚਨ। ਗੁਰੂ ਸਮੀਪਨ ਰਿਬਿਖੈ ਬਿਨੈ ਬਖਾਨੀ, ਜਿਹੜੇ ਸਿੱਖ ਮਹਾਰਾਜ ਸਾਹਿਬ ਦੇ ਨਾਲ ਗਏ ਸੀ ਨਾ, ਉਹਨਾਂ ਨੇ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ ਹੈ। ਪੰਡੂਏ ਗ੍ਰਾਮ ਸੋ ਕੇਤਕ ਦੂਰ, ਉਹਨਾਂ ਦੱਸਿਆ ਮਹਾਰਾਜ ਇਸ ਮਾਲਦਾ ਨਗਰ ਤੋਂ ਥੋੜੀ ਜੀ ਦੂਰੀ ਤੇ ਇੱਕ ਪੰਡੂਆ ਨਾਮੀ ਪਿੰਡ ਵਸਦਾ ਹੈ। ਤਾਹਾਂ ਬਰਸ ਮਹਿ ਮੇਲਾ ਪੂਰ, ਉਸ ਨਗਰ ਵਿੱਚ ਸਾਲ ਬਾਅਦ ਕੋਈ ਮੇਲਾ ਲੱਗਦਾ ਹੈ। ਪੁਰਬਾਸੀ ਸਿੱਖ ਸਗਰੇ ਗਏ, ਤੇ ਸਾਰੇ ਨਗਰ ਵਾਸੀ ਉਸ ਮੇਲੇ ਵਿੱਚ ਗਏ ਹੋਏ ਨੇ। ਇਸ ਮੇਲੇ ਮਹਿ ਪ੍ਰਾਪਤ ਭਏ, ਉਹ ਸਾਰੇ ਮੇਲੇ ਵਿੱਚ ਜਾ ਪਹੁੰਚੇ ਹਨ। ਦਿਨ ਦੋ ਇੱਕ ਮੈਂ ਸੋ ਚਲ ਆਵੈ, ਉਹ ਮਹਾਰਾਜ 1-2 ਦਿਨ ਦੇ ਵਿੱਚ ਵਾਪਸ ਆ ਜਾਣਗੇ। ਬੋਹਰ ਮਿਲੈ ਜੇ ਸਤਿਗੁਰ ਪਾਵੈ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਹਰ ਮਿਲੇ ਜੇ ਸਤਿਗੁਰ ਭਾਵੈ। ਦਾ ਮਹਾਰਾਜ ਜੀ ਆਪ ਜੀ ਨੂੰ ਭਾਵੇ ਤਾਂ ਦੁਬਾਰਾ ਆ ਕੇ ਮਿਲ ਲੈਣਗੇ। ਸਹਿਜ ਸੁਭਾਇਕ ਗੁਰੂ ਉਚਾਰੇ, ਤੇ ਸਹਿਜ ਸੁਭਾਏ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤਾ। ਮਮ ਸਿੱਖੀ ਕੇ ਨਹਿ ਅਧਿਕਾਰੀ, ਮਹਾਰਾਜ ਸਾਹਿਬ ਕਹਿਣ ਲੱਗੇ ਉਹ ਸਾਡੇ ਸਿੱਖੀ ਦੇ ਅਧਿਕਾਰੀ ਨਹੀਂ ਹਨ। 300 ਮੇਲਾ ਹਵੈ ਨਾ ਹਮਾਰੋ, ਮਹਾਰਾਜ ਸਾਹਿਬ ਕਹਿੰਦੇ ਉਹਨਾਂ ਨਾਲ ਸਾਡਾ ਹੁਣ ਕਦੇ ਮੇਲ ਨਹੀਂ ਹੋਵੇਗਾ। ਨਿਸ ਕੋ ਬਸ ਮਗ ਚਲਹਿ ਅਗਾਰੋ, ਮਹਾਰਾਜ ਸਾਹਿਬ ਕਹਿੰਦੇ ਇੱਥੇ ਇੱਕ ਰਾਤ ਰੁਕ ਕੇ ਆਪਾਂ ਅੱਗੇ ਚਲੇ ਜਾਵਾਂਗੇ। ਇੱਕ ਸਿੱਖ ਹੁਤੋ ਤਹਾਂ ਹਲਵਾਈ, ਉਸ ਨਗਰ ਵਿੱਚ ਮਾਲਦਾ ਨਗਰ ਦੇ ਵਿੱਚ ਨਾ ਇੱਕ ਸਿੱਖ ਵਸਦਾ। ਉਹਦਾ ਕਿੱਤਾ ਉਹਦਾ ਕੰਮ ਹਲਵਾਈ ਦਾ ਹੈ। ਆਏ ਪਰਿਓ ਸਤਿਗੁਰ ਸਰਨਾਏ, ਉਹਨੂੰ ਪਤਾ ਲੱਗਾ ਮਹਾਰਾਜ ਸਾਹਿਬ ਦੇ ਆਉਣ ਦਾ, ਭੱਜ ਕੇ ਆਇਆ ਬੜੀ ਛੇਤੀ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਲੱਖ ਮਰਜੀ ਅਰਜੀ ਤਹਿ ਕਰੇ, ਬੜੇ ਅਦਬ ਦੇ ਨਾਲ ਆ ਕਰਕੇ ਅਰਜ ਗੁਜ਼ਾਰੀ ਬੇਨਤੀ ਕਰੀ ਹੈ। ਮੋਹੇ ਕਾਮਨਾ ਪੂਰੀ ਪਰੀ, ਕਹਿੰਦਾ ਮਹਾਰਾਜ ਸਾਹਿਬ ਜੀ ਮੇਰੇ ਮਨ ਦੀ ਮਨੋ ਕਾਮਨਾ ਜਿਹੜੀ ਹੈ ਨਾ ਉਹ ਪੂਰੀ ਹੋ ਗਈ ਹੈ। ਪੁਰਵਤ ਰਹੇ ਮਨੋਰਥ ਮੇਰੇ, ਮੇਰੇ ਭਾਗ ਚੰਗੇ ਨੇ, ਮੈਂ ਤੁਹਾਨੂੰ ਲੰਬੇ ਸਮੇਂ ਤੋਂ ਯਾਦ ਕਰਦਾ ਸੀ ਮਹਾਰਾਜ ਜੀਓ। ਭਇਓ ਕਿਰਤਾਰਥ ਦਰਸ਼ਨ ਹੇਰੇ, ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ ਜੀ। ਦੀਨ ਦਿਆਲ ਮੈਂ ਰਾਵਰ ਸਰਨੀ, ਮਹਾਰਾਜ ਸਾਹਿਬ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਜੀ। ਮਮ ਇੱਛਾ ਇਹ ਪੂਰੀ ਕਰਨੀ, ਮਹਾਰਾਜ ਮੇਰੀ ਇੱਛਾ ਹੈ ਤੁਸੀਂ ਕਿਰਪਾ ਕਰਕੇ ਪੂਰੀ ਜ਼ਰੂਰ ਕਰਿਓ। ਮਮ ਕਰ ਕੋ ਪਕਵਾਨ ਮਹਾਨਾ, ਮਹਾਰਾਜ ਸਾਹਿਬ ਮੈਂ ਕੁਝ ਪਕਵਾਨ ਆਪਣੇ ਹੱਥੀਂ ਤਿਆਰ ਕੀਤੇ ਹਨ। ਕਰੁਣਾ ਧਾਰ ਕਰੋ ਸੋ ਖਾਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਕੇ ਨਾ ਇਹ ਪਕਵਾਨ ਪ੍ਰਵਾਨ ਕਰਿਓ। ਆਪ ਜੀ ਮਹਾਰਾਜ ਛਕਣਾ ਕਰਿਓ, ਆਪਣੇ ਹੱਥੀਂ ਤਿਆਰ ਕੀਤੇ ਹਨ। ਦੇਖ ਭਾਓ ਤਿਸ ਕੇ ਮਨ ਕੇਰਾ, ਉਸ ਸਿੱਖ ਦੇ ਹਿਰਦੇ ਦਾ ਪ੍ਰੇਮ ਭਾਉ ਮਹਾਰਾਜ ਸਾਹਿਬ ਨੇ ਦੇਖਿਆ। ਆਇਸ ਕਰੀ ਗੁਰੂ ਤਿਸ ਬੇਰਾ, ਤੇ ਮਹਾਰਾਜ ਸਾਹਿਬ ਨੇ ਆਗਿਆ ਕੀਤੀ ਉਸ ਵੇਲੇ। ਹਰਖਤ ਹੋਏ ਤਿਨ ਭਲੋ ਬਨਾਏ, ਪਾਤਸ਼ਾਹ ਜੀ ਖੁਸ਼ ਹੋਏ। ਸਤਿਗੁਰੂ ਤੇ ਵੈਸੇ ਉੱਦਾਂ ਕਹਿ ਕੇ ਚੱਲੇ ਸੀ ਵੀ ਸਾਡੇ ਸਿੱਖਾਂ ਨਾਲ ਹੁਣ ਇੱਥੇ ਮੇਲ ਨਹੀਂ ਹੋਣਾ, ਪਰ
ਕਈ ਵਾਰੀ ਨਾ ਕੋਈ ਪਿਆਰਾ ਹੀ ਇਦਾਂ ਦਾ ਇੱਕ ਮੇਲ ਆਉਂਦਾ, ਇੱਕ ਜਾਣਾ ਵੀ ਕਈ ਵਾਰੀ ਭਾਵਨਾ ਨਾਲ ਮੇਲ ਆਵੇ ਤੇ ਪੂਰੇ ਪੂਰੇ ਨਗਰ ਦਾ ਭਲਾ ਹੋ ਜਾਂਦਾ। ਕਈ ਕਬੀਰ ਸਾਹਿਬ ਹੋਣਾ ਇੱਕ ਸ਼ਬਦ ਵਰਤਿਆ ਨਾ ਬਾਣੀ ਵਿੱਚ, ਕਬੀਰ ਜਹ ਜਹ ਹਉ ਫਿਰਉ ਕੌਤਕ ਠਾਓ ਠਾਏ, ਇੱਕ ਰਾਮ ਸਨੇਹੀ ਬਾਹਰਾ ਉਜਰ ਮੇਰੇ ਪਾਏ। ਮੈਂ ਕਹਿੰਦੇ ਥਾਵਾਂ ਨਗਰਾਂ ਪਿੰਡਾਂ ਸ਼ਹਿਰਾਂ ਸਭ ਜਗ੍ਹਾ 'ਤੇ ਵਿਚਰਿਆ, ਮੈਨੂੰ ਉਹ ਨਗਰ ਉਹ ਥਾਂ ਭਾਵੇਂ ਦਿਸਦੇ ਸੋਹਣੇ ਵਸਦੇ ਸੀ, ਉੱਚੇ ਮਹਿਲ ਮਨਾਰੀਆਂ ਉਟਾਰੀਆਂ ਉੱਚੀਆਂ ਦਿਖਦੀਆਂ ਸੀ, ਬੜੀ ਲੋਕਾਂ ਦੀ ਭੀੜ ਦਿਖਦੀ ਸੀ, ਪਰ ਮੈਨੂੰ ਰੱਬ ਨੂੰ ਭੁੱਲੇ ਹੋਏ ਲੋਕ ਇੰਜ ਲੱਗ ਰਹੇ ਸੀ ਜਿਵੇਂ ਉਜਾੜ 'ਚ ਰਹਿ ਰਹੇ ਹੋਣ। ਭਾਵ ਇਹ ਹੈ ਵੀ ਜਿੱਥੇ ਨਗਰ ਦੇ ਵਿੱਚ ਰੱਬ ਵੀ ਚੇਤੇ ਆਉਂਦਾ ਹੋਵੇ ਨਾ, ਗੁਰੂ ਵੀ ਚੇਤੇ ਆ ਜੇ, ਸਾਰੇ ਨਗਰ ਦਾ ਹੀ ਭਲਾ ਹੋ ਜਾਂਦਾ। ਕਈ ਵਾਰੀ ਇੱਕ ਸਿੱਖ ਹੀ ਨਗਰ ਦਾ ਭਲਾ ਕਰਾ ਜਾਂਦਾ। ਬਰਾੜਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਘੋੜੇ ਦੀ ਲਗਾਮ ਪਕੜ ਲਈ ਆ, ਬਰਾੜਾਂ ਨੇ ਤਾਂ ਕਲੰਕ ਲਵਾ ਲਿਆ ਸੀ, ਪਰ ਭਾਈ ਦਾਨ ਸਿੰਘ ਬਚਾ ਗਿਆ। ਮਾਝੇ ਵਾਲਿਆਂ ਨੂੰ ਭਾਈ ਮਹਾਂ ਸਿੰਘ ਬਚਾ ਗਿਆ। ਇੱਦਾਂ ਹੀ ਭਾਵ ਕੋਈ ਇੱਕ ਹੀ ਹੁੰਦਾ ਪੂਰੇ ਪੂਰੇ ਇਲਾਕੇ ਦਾ ਭਲਾ ਕਰ ਜਾਂਦਾ, ਇੱਕ ਹੁੰਦਾ ਕਈ ਕਈ ਕੁੱਲਾਂ ਤਰਵਾ ਜਾਂਦਾ। ਮਾਲਦਾ ਨਗਰ ਦੇ ਵਿੱਚ ਤਾਂ ਮਹਾਰਾਜ ਸਾਹਿਬ ਕਹਿ ਕੇ ਚੱਲੇ ਸੀ ਵੀ ਸਾਡਾ ਇਹਨਾਂ ਨਾਲ ਹੁਣ ਮੇਲ ਹੀ ਨਹੀਂ ਹੋਣਾ, ਪਰ ਇੱਕ ਪਿਆਰੇ ਨੇ ਆ ਕੇ ਇੰਨੀ ਭਾਵਨਾ ਨਾਲ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਪਕਵਾਨ ਛਕ ਲਓ। ਗੁਰੂ ਸਾਹਿਬ ਉਹਦਾ ਪ੍ਰੇਮ ਭਾਵਨਾ ਹਿਰਦੇ ਦੀ ਦੇਖ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਰੁੱਠ ਪਏ ਹਨ। ਭਾਂਤ ਭਾਂਤ ਪਕਵਾਨ ਪਕਾਏ, ਤੇ ਗੁਰੂ ਪਿਆਰੇ ਨੇ ਉਸ ਪਿਆਰੇ ਦੇ ਬੜੇ ਅਦਬ ਦੇ ਨਾਲ ਭਾਂਤ ਭਾਂਤ ਦੇ ਪਕਵਾਨ ਤਿਆਰ ਕੀਤੇ। ਮਹਾ ਪ੍ਰੇਮ ਕੋ ਧਾਰਤ ਲਿਆਇਓ, ਬਹੁਤ ਪ੍ਰੇਮ ਦੇ ਨਾਲ ਬੜੇ ਅਦਬ ਦੇ ਨਾਲ ਤਿਆਰ ਕਰਕੇ ਲਿਆਇਆ ਹੈ। ਸਤਿਗੁਰ ਆਗੇ ਆਨ ਟਿਕਾਇਓ, ਸਤਿਗੁਰੂ ਸਾਹਿਬ ਮਹਾਰਾਜ ਪਾਤਸ਼ਾਹ ਅੱਗੇ ਆ ਕੇ ਟਿਕਾਏ ਹਨ। ਪ੍ਰੀਤ ਸਿੱਖ ਕੇ ਦੇਖ ਉਧਾਰਾ, ਉਸ ਹਲਵਾਈ ਸਿੱਖ ਦੀ ਪ੍ਰੀਤ ਨੂੰ ਦੇਖ ਕਰਕੇ ਰੁਚ ਸੋ ਕੀਨਸ ਖਾਨ ਆਹਾਰਾ। ਮਹਾਰਾਜ ਸਾਹਿਬ ਨੇ ਬੜੀ ਰੁਚੀ ਦੇ ਨਾਲ ਬੜੇ ਆਨੰਦਿਤ ਹੋ ਕਰਕੇ ਬੜੇ ਪਿਆਰ ਦੇ ਨਾਲ ਪਕਵਾਨ ਪ੍ਰਵਾਨ ਕੀਤੇ ਹਨ। ਦਾਸਨ ਕੇ ਸਮੇਤ ਤ੍ਰਿਪਤਾਏ, ਸਿੱਖਾਂ ਸੇਵਕਾਂ ਨੂੰ ਤ੍ਰਿਪਤ ਕੀਤਾ ਉਹਨੇ। ਇਹਨਾਂ ਮਹਾਰਾਜ ਸਾਹਿਬ ਦਾ ਅਦਬ ਕੀਤਾ ਕਿ ਉਸ ਹਲਵਾਈ ਨੇ ਸਤਿਗੁਰੂ ਸਾਹਿਬ ਦੇ ਨਾਲ ਚੱਲ ਰਹੀ ਫੌਜ ਨੂੰ ਵੀ ਤ੍ਰਿਪਤ ਕੀਤਾ ਹੈ। ਕਰ ਪਖਾਰ ਪਟ ਪੋਸ਼ ਸੁਹਾਏ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਅਦਬ ਦੇ ਨਾਲ ਇਹ ਪਕਵਾਨ ਛਕਾਉਣ ਤੋਂ ਬਾਅਦ ਮਹਾਰਾਜ ਸਾਹਿਬ ਜੀ ਦੇ ਹੱਥ ਜਿਹੜੇ ਹਨ ਉਹ ਧਵਾਏ ਹਨ। ਤਿਸ ਪਰ ਖੁਸ਼ੀ ਭਏ ਗੁਰ ਦਿਆਲ, ਗਰੀਬ ਨਵਾਜ਼ ਸਤਿਗੁਰੂ ਸਾਹਿਬ ਦੇ ਹੱਥ ਸੁੱਚੇ ਕਰਾਉਣ ਤੋਂ ਬਾਅਦ ਦਇਆਵਾਨ ਦਾਤਾਰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਬੜੇ ਹੀ ਦਇਆਲ ਹੋਏ ਹਨ। ਛਿਨਕ ਬਿਖੈ ਸਿੱਖ ਕੀਨ ਨਿਹਾਲ, ਇੱਕ ਪਲ ਵਿੱਚ ਹੀ ਮਹਾਰਾਜ ਸਾਹਿਬ ਨੇ ਛਣਕ ਪਲ ਵਿੱਚ ਸਾਰਾ ਨਗਰ ਬਖਸ਼ ਦਿੱਤਾ ਤੇ ਨਿਹਾਲ ਕਰ ਦਿੱਤਾ ਹੈ। ਕਰਿਓ ਕੂਚ ਢਾਕੇ ਦਿਸ਼ ਚੱਲੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਿਤ ਹੋ ਕਰਕੇ ਢਾਕੇ ਦੇ ਇਲਾਕੇ ਨੂੰ ਚੱਲ ਪਏ ਹਨ। ਮਾਰਗ ਬਿਖੈ ਸਿੱਖ ਬਹੁ ਮਿਲੇ, ਮਹਾਰਾਜ ਸਾਹਿਬ ਮਾਲ ਦੇ ਨਗਰ ਤੋਂ ਚੱਲਦੇ ਜਦੋਂ ਢਾਕੇ ਨੂੰ ਜਾ ਰਹੇ ਸਨ ਤੇ ਰਾਹ ਵਿੱਚ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਲੇ ਆਣ ਕੇ ਮਿਲੇ ਹਨ। ਕਰਤ ਕਾਮਨਾ ਪੂਰਨ ਜਾਤੇ, ਤੇ ਮਹਾਰਾਜ ਉਹਨਾਂ ਗੁਰਸਿੱਖਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਜਾਂਦੇ। ਸਿੱਖ ਹਜ਼ਾਰੋਂ ਨਿਤ ਬਰਸਾਤੇ, ਤੇ ਹਜ਼ਾਰਾਂ ਹੀ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ ਜੋ ਵਰੋਸਾਏ ਕਮਾਉਂਦੇ ਆ ਰਹੇ ਸਨ। ਵਰੋਸਾਏ ਤੋਂ ਭਾਵ ਜਿਹੜੇ ਗੁਰੂ ਨਾਨਕ ਸਾਹਿਬ ਮਹਿਰਾ ਪਾਤਸ਼ਾਹ ਦੇ ਵੇਲੇ ਤੋਂ ਸਿੱਖ ਬਣੇ ਸੀ ਨਾ, ਜਿਹੜੇ ਗਾਂ ਫਿਰ ਉਹਨਾਂ ਦੇ ਬੱਚੇ ਵੀ ਸਿੱਖ, ਉਹਨਾਂ ਦੀਆਂ ਪੀੜ੍ਹੀਆਂ ਗਾਂ ਸਿੱਖ ਬਣੀਆਂ ਸੀਗੀਆਂ, ਉਹ ਵਰੋਸਾਏ ਸਿੱਖ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਆ
ਕਹਿੰਦੇ ਜਿਵੇਂ ਮੱਛੀਆਂ ਵਰੋਸਾਏ ਹੁੰਦੀਆਂ, ਜਿਵੇਂ ਪਤੰਗੇ ਵਰੋਸਾਏ ਹੁੰਦੇ, ਤਾਂ ਸਿੱਖ ਵੀ ਵਰੋਸਾਏ ਹੁੰਦੇ ਆ। ਮੱਛੀ ਦੇ ਪਰਿਵਾਰ ਵਾਂਗ ਨਾ, ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੇ ਪਾਣੀ। ਜਿਉਂ ਪਰਿਵਾਰ ਪਤੰਗ ਦਾ ਦੀਪਕ ਬਾਝ ਨਾ ਹੋਰ ਸੁਜਾਣੀ। ਭਵਰ ਕਵਲ ਕੁਲ ਪ੍ਰੀਤ ਹੈ, ਕਹਿੰਦੇ ਬੀਹੇ ਜਿਉਂ ਆਖ ਵਖਾਣੀ। ਇੱਦਾਂ ਹੀ ਗੁਰ ਸਿੱਖ ਵੰਸੀ ਪਰਮਹੰਸ ਸਤਿਗੁਰ ਸਹਿਜ ਸਰੋਵਰ ਜਾਣੀ। ਗੁਰ ਜਿੱਦਾਂ ਮੱਛੀਆਂ ਦੇ ਵੰਸ਼ ਗਾਂ ਪੀੜ੍ਹੀਆਂ ਦਰ ਪੀੜ੍ਹੀ ਵਰੋਸਾਏ ਪਾਣੀ 'ਚ ਜਨਮਦੀਆਂ ਤੇ ਪਾਣੀ 'ਚ ਮਰ ਜਾਂਦੀਆਂ। ਪਤੰਗੇ ਦੀਵੇ ਦੀ ਲਾਟ 'ਤੇ ਹੀ ਸੜ ਕੇ ਮਰ ਜਾਂਦੇ ਆ ਰਹੇ ਨੇ। ਕਵਲ ਫੁੱਲ ਦੇ ਵਿੱਚ ਭੌਰੇ ਮਰਦੇ ਆ ਰਹੇ ਲਗਾਤਾਰ ਵਰੋਸਾਏ। ਉਹਨਾਂ ਨੇ ਆਪਣਾ ਸੁਭਾਅ ਨਹੀਂ ਬਦਲਿਆ, ਨਾ ਮੱਛੀਆਂ ਨੇ ਪਰਿਵਾਰ ਨੇ ਬਦਲਿਆ, ਨਾ ਭੌਰਿਆਂ ਨੇ ਬਦਲਿਆ, ਨਾ ਪਤੰਗਾਂ ਨੇ ਬਦਲਿਆ, ਨਾ ਪਪੀਹੇ ਨੇ ਬਦਲਿਆ। ਕਹਿੰਦੇ ਇੱਦਾਂ ਹੀ ਗੁਰਸਿੱਖਾਂ ਦੇ ਵਿੱਚ ਸਿੱਖੀ ਹੁੰਦੀ ਹੈ। ਜੇ ਇੱਕ ਸਿੱਖ ਸਿੱਖੀ ਨੂੰ ਅਪਣਾਉਂਦਾ ਏ ਤੇ ਉਹਦੀਆਂ ਫਿਰ ਪੀੜ੍ਹੀਆਂ ਦੀ ਗਾਂ ਪੀੜ੍ਹੀਆਂ ਇਹ ਸਿੱਖਾਂ ਵਰੋਸਾਏ ਚੱਲਦੀਆਂ ਹਨ। ਇਸੇ ਤਰ੍ਹਾਂ ਹੀ ਸਤਿਗੁਰੂ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਵਰੋਸਾਏ ਸਿੱਖ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਵੇਲੇ ਸਿੱਖੀ ਪੀੜ੍ਹੀ ਦਰ ਪੀੜ੍ਹੀ ਕਮਾਉਂਦੇ ਆ ਰਹੇ ਸਨ, ਉਹ ਆਣ ਕੇ ਮਿਲੇ ਹਨ। ਸੰਗਤ ਪਰ ਕਰ ਕਿਰਪਾ ਕਿਰਪਾਲਾ, ਸੰਗਤ ਉੱਪਰ ਕਿਰਪਾਵਾਨ ਦਾਤਾਰ ਪਿਤਾ ਕਿਰਪਾਲੂ ਜੀ। ਦਰਸ਼ਨ ਦੇਤੇ ਕਰਤ ਨਿਹਾਲਾ, ਦਰਸ਼ਨ ਦੇ ਕਰਕੇ ਨਿਹਾਲ ਕਰਦੇ ਹਨ। ਮਨੋ ਕਾਮਨਾ ਚਿਤ ਵਹਿ ਕੋਏ, ਮਨ ਵਿੱਚ ਮਨੋ ਕਾਮਨਾ ਜਿਸ ਸਿੱਖ ਦੀ ਵੀ ਕੋਈ ਹੁੰਦੀ, ਸੋ ਸਤਿਗੁਰ ਤੇ ਪੂਰਨ ਹੋਏ। ਸਤਿਗੁਰੂ ਸਾਹਿਬ ਪਾਤਸ਼ਾਹ ਜੀ ਉਹ ਸਿੱਖਾਂ ਦੀ ਮਨੋ ਕਾਮਨਾ ਪੂਰੀ ਕਰਦੇ। ਕਰਹਿ ਪ੍ਰੇਮ ਭੋਜਨ ਅਚਵਾਵ ਹੈ, ਤੇ ਮਹਾਰਾਜ ਸਾਹਿਬ ਦਾ ਇੰਨਾ ਅਦਬ ਕਰਦੇ ਵੀ ਨਗਰ ਦੀਆਂ ਸੰਗਤਾਂ ਗੁਰੂ ਪਾਤਸ਼ਾਹ ਜੀ ਦੀ ਸਿੱਖ ਸੰਗਤ ਵਾਸਤੇ, ਸਤਿਗੁਰੂ ਸਾਹਿਬ ਪਾਤਸ਼ਾਹ ਜੀ ਵਾਸਤੇ ਨਗਰਾਂ ਵਿੱਚ ਮਹਾਰਾਜ ਸਾਹਿਬ ਦਾ ਪੜਾਓ ਕਰਕੇ ਵਿਸ਼ਰਾਮ ਕਰਵਾ ਕੇ ਪ੍ਰਸ਼ਾਦਾ ਪਾਣੀ ਛਕਾਉਂਦੇ ਸਨ। ਕੋ ਪੋਸ਼ਿਸ਼ ਕੋ ਤਨ ਪਹਿਰਾਵ ਹੈ, ਕੋਈ ਐਡੇ ਪ੍ਰੇਮੀ ਪਿਆਰ ਵਾਲੇ ਹੁੰਦੇ ਜਿਹੜੇ ਪਾਤਸ਼ਾਹ ਜੀ ਨੂੰ ਪੋਸ਼ਾਕ ਭਾਵ ਬਸਤਰ ਜਿਨ੍ਹਾਂ ਨੇ ਰੱਖੇ ਹੁੰਦੇ ਭੇਟਾਵਾ ਅਰਪਣ ਕਰਨ ਵਾਸਤੇ। ਕਿਸੇ ਨੇ ਥਾਨ ਰੱਖਿਆ ਤੇ ਕਿਸੇ ਨੇ ਬਸਤਰ ਸਿਵਾ ਕੇ ਰੱਖਿਆ ਹੋਇਆ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਨੂੰ ਪਹਿਨਾਉਂਦੇ ਹਨ ਕਈ। ਕੋ ਆਪਣੇ ਘਰ ਵਿਖੇ ਉਤਾਰ ਹੈ, ਤੇ ਕੋਈ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੰਝ ਕਰਦੇ ਨਾ ਕਈ ਵਾਰੀ। ਹੁਣ ਇਹ ਵੇਖੋ ਕਈ ਥਾਵਾਂ ਕੋ ਤੇ ਗੁਰੂ ਸਾਹਿਬਾਨਾਂ ਦੇ ਬਸਤਰ ਮਿਲ ਜਾਂਦੇ। ਕਈ ਇਤਿਹਾਸਕ ਸਥਾਨ ਨੇ ਇੱਦਾਂ ਦੇ ਜਿੱਥੇ ਮਹਾਰਾਜ ਸਾਹਿਬ ਦੇ ਕੁਝ ਨਾ ਕੁਝ ਨਿਸ਼ਾਨੀਆਂ ਦੇ ਤੌਰ 'ਤੇ ਕੋਈ ਬਸਤਰ ਪਏ, ਕਿਤੇ ਜੋੜੇ ਪਏ ਨੇ, ਕਿਤੇ ਸਿਮਰਨੇ ਪਏ ਮਹਾਰਾਜ ਸਾਹਿਬ ਦੇ, ਕਿਤੇ ਸ਼ਸਤਰ ਸੁਭਾਏਮਾਨ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਇੱਦਾਂ ਜਦੋਂ ਨਗਰ ਦੀ ਸੰਗਤ ਕਿਤੇ ਮਹਾਰਾਜ ਸਾਹਿਬ ਨੂੰ ਨਵੀਂ ਪੁਸ਼ਾਕ ਕਿਤੇ ਸਿਲਵਾ ਕੇ ਮਹਾਰਾਜ ਸਾਹਿਬ ਨੂੰ ਸਿਵਾ ਕੇ ਭੇਟਾ ਕਰਦੇ ਸੀ ਨਾ, ਤੇ ਜਿਹੜਾ ਪੁਰਾਣਾ ਪੁਸ਼ਾਕਾ ਹੁੰਦਾ ਨਾ ਬਸਤਰ ਹੁੰਦਾ ਮਹਾਰਾਜ ਸਾਹਿਬ ਉਹ ਸਿੱਖ ਨੂੰ ਦੇ ਦਿੰਦੇ ਜਿਹੜੇ ਸਿੱਖ ਨੇ ਨਵੀਂ ਪੁਸ਼ਾਕ ਭੇਟਾ ਕੀਤੀ ਹੁੰਦੀ ਸੀ। ਤੇ ਉਹ ਸਿੱਖ ਫਿਰ ਕੀ ਕਰਦੇ ਸੀਗੇ, ਉਸ ਮਹਾਰਾਜ ਸਾਹਿਬ ਦੀ ਪੁਸ਼ਾਕ ਨੂੰ ਬੜੇ ਅਦਬ ਨਾਲ ਸਾਂਭ ਕੇ ਰੱਖ ਲੈਂਦੇ ਸਨ। ਜਿਵੇਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਚੋਲਾ ਘਟਾਣੀ ਸਾਹਿਬ ਪਿਆ ਲੁਧਿਆਣੇ ਦੇ ਕੋਲ। ਇੱਦਾਂ ਹੀ ਹੋਰ ਕਈ ਥਾਵਾਂ 'ਤੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਚੋਲਾ ਡੇਰਾ ਬਾਬਾ ਨਾਨਕ ਪਿਆ। ਹੋਰ ਵੀ ਬੇਅੰਤ ਐਸੇ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਕੁਝ ਇਹ ਬਖਸ਼ਿਸ਼ਾਂ ਪਈਆਂ ਹੋਈਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੇ ਸਿੱਖ ਨੇ ਕੋਈ ਬਸਤਰ ਭੇਟਾ ਕੀਤਾ ਹੈ, ਮਹਾਰਾਜ ਨਵਾਂ ਬਸਤਰ ਬਦਲਣ ਲੱਗਿਆਂ ਪੁਰਾਣਾ ਬਸਤਰ ਸਿੱਖ ਨੂੰ ਦੇ ਦਿੰਦੇ ਸਨ। ਪ੍ਰੀਤ ਤਰਹਿ ਕੋ ਦਰਸ ਨਿਹਾਰੈ, ਸਿੱਖ ਉਸ ਬਸਤਰ ਮਹਾਰਾਜ ਸਾਹਿਬ ਦੇ ਪਾਵਨ ਬਸਤਰ ਨੂੰ ਘਰ ਵਿੱਚ ਰੱਖ ਕੇ ਇੰਨਾ ਪ੍ਰੀਤ ਪਿਆਰ ਅਦਬ ਕਰਦੇ। ਨਹਿ ਠਹਿਰੈ ਪੁਨ ਗਮਨੇ ਜਾਹੇ, ਦਰਸ਼ਨ ਕਰਦੇ ਮਹਾਰਾਜ ਸਾਹਿਬ ਦੇ ਬਸਤਰਾਂ ਦੇ। ਤੇ ਫਿਰ ਸਤਿਗੁਰੂ ਸਾਹਿਬ ਚੱਲਦੇ ਚੱਲਦੇ ਨਗਰਾਂ ਵਿੱਚੋਂ ਗੁਜ਼ਰਦੇ, ਬਹੁਤਾ ਲੰਬਾ ਸਮਾਂ ਕਿਤੇ ਠਹਿਰਦੇ ਨਹੀਂ ਸਨ। ਲਸ਼ਕਰ ਸੰਗ ਚਲਤ ਉਤਸ਼ਾਹੇ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਲ
ਬੜੇ ਉਤਸ਼ਾਹ ਨਾਲ ਚੱਲਦਾ ਹੈ। ਸੈਨਾ ਮਹਿ ਤੰਬੂ ਲਗਵਾਏ। ਤੇ ਮਗਰ ਮਗਰ ਚੱਲਦਾ ਰਾਜਾ ਬਿਸ਼ਨ ਸਿੰਘ, ਉਹਦੀ ਫੌਜ ਵੀ ਰਾਜ ਤੰਬੂ ਲਾਉਂਦੀ, ਉਖਾੜਦੀ, ਸਲਾਮ ਕਰਦੀ ਤੇ ਚੱਲਦੀ ਹੈ। ਕਿਸੂ ਥਾਨ ਗੁਰ ਬੀਚ ਰਹਾਏ। ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੰਬੂ ਲਗਵਾ ਕੇ ਆਪ ਹੀ ਬਿਰਾਜਮਾਨ ਹੋ ਜਾਂਦੇ। ਕਬਹੂ ਸਿੱਖ ਪ੍ਰੇਮੀ ਕੋ ਦੇਖ। ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਪ੍ਰੇਮੀ ਸਿੱਖ ਨੂੰ ਵੇਖਦੇ ਹਨ। ਤਿਨ ਕੇ ਘਰ ਉਤਰਹਿ ਅਵਰੇਖ। ਮਹਾਰਾਜ ਸਾਹਿਬ ਪ੍ਰੇਮੀ ਸਿੱਖ ਦੇ ਘਰ ਚ ਉਤਾਰਾ ਕਰਦੇ ਕਈ ਵਾਰ। ਇਮ ਕੇ ਤਿਕ ਦਿਨ ਮਹਿ ਗੋਸਾਈ। ਇੰਨੇ ਸਮੇਂ ਵਿੱਚ ਇਸ ਤਰ੍ਹਾਂ ਮਹਾਰਾਜ ਕਈ ਦਿਨਾਂ ਦੇ ਵਿੱਚ ਹੀ ਢਾਕੇ ਪਹੁੰਚੇ ਦਲ ਸਮੁਦਾਏ। ਢਾਕੇ ਪਹੁੰਚੇ ਦਲ ਸਮੇਤ। ਸਭ ਕੋ ਡੇਰਾ ਵਹਿਰ ਉਤਾਰਾ। ਸਾਰੀ ਸੰਗਤ ਦਾ ਡੇਰਾ ਕਿਸੇ ਸਿੱਖ ਦੇ ਘਰ ਉਤਾਰਾ ਕੀਤਾ ਹੈ। ਆਪ ਗੁਰੂਪੁਰ ਮਹਿ ਪਗ ਤਾਰਾ। ਫਿਰ ਮਹਾਰਾਜ ਸਾਹਿਬ ਆਪ ਨਗਰ ਅੰਦਰ ਪ੍ਰਵੇਸ਼ ਕਰਦੇ। ਢਾਕੇ ਨਗਰ ਮਝਾਰ ਮਸੰਦ। ਢਾਕੇ ਨਗਰ ਵਿੱਚ ਇੱਕ ਬਹੁਤ ਵੱਡਾ ਸਿੱਖ ਵਸਦਾ ਮਸੰਦ। ਬਸ ਹੈ ਬੁਲਾਕੀ ਦਾਸ ਬਿਲੰਦ। ਤੇ ਬੁਲਾਕੀ ਦਾਸ ਉਸ ਦਾ ਨਾਮ ਹੈ। ਤਿਸ ਕੀ ਮਾਤ ਬਿਰਧ ਬਹੁਤਨ ਕੀ। ਉਸ ਭਾਈ ਬਲਾਕੀ ਦਾਸ ਦੀ ਮਾਤਾ ਬਹੁਤ ਬਿਰਧ ਅਵਸਥਾ ਵਿੱਚ ਸੀ। ਵੱਡੀ ਲਾਲਸਾ ਗੁਰ ਦਰਸ਼ਨ ਕੀ। ਉਸ ਦੇ ਚਿੱਤ ਵਿੱਚ ਬਹੁਤ ਲਾਲਸਾ ਚਾਹਤ ਹੈ ਮਹਾਰਾਜ ਸਾਹਿਬ ਦੇ ਦੀਦਾਰ ਕਰਨ ਦੀ। ਕਰੇ ਪ੍ਰੇਮ ਨਿਜ ਸਦਨ ਮਝਾਰਾ। ਉਹ ਬੜੇ ਪ੍ਰੇਮ ਦੇ ਨਾਲ ਆਪਣੇ ਹਿਰਦੇ ਦੇ ਅੰਦਰ ਮਹਾਰਾਜ ਸਾਹਿਬ ਨੂੰ ਯਾਦ ਕਰਦੀ ਘਰ 'ਚ ਬੈਠੀ ਹੋਈ ਹੀ। ਗੁਰ ਹਿਤ ਏਕ ਪ੍ਰਿਅੰਕ ਉਦਾਰਾ। ਮਹਾਰਾਜ ਸਾਹਿਬ ਵਾਸਤੇ ਇੱਕ ਪਲੰਗ ਤਿਆਰ ਕੀਤਾ ਹੋਇਆ ਸੀ। ਆਸਤਰਨ ਸੋ ਸਾਧਨ ਕਰਿਓ। ਉਸ ਦੇ ਉੱਪਰ ਸੁੰਦਰ ਵਿਛਾਉਣਾ ਵਿਛਾਇਆ ਹੋਇਆ ਸੀਗਾ। ਸੇਜ ਬੰਦ ਸੰਗ ਕਸ ਕਰ ਧਰਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੁੰਦਰ ਸੀਜਾ ਬਹੁਤ ਸੋਹਣੀ ਤਿਆਰ ਕੀਤੀ ਹੋਈ ਸੀ। ਤਿਸ ਕੋ ਪੂਜ ਹੈ ਸੰਜ ਸਕਾਰੇ। ਇੱਕ ਭਾਵਨਾ ਵੇਖੋ ਪਿਆਰ ਵਾਲਿਓ, ਇੱਕ ਸ਼ਰਧਾਵਾਨ ਗੁਰਸਿੱਖਾਂ ਦੀ। ਉਹਨਾਂ ਮਹਾਰਾਜ ਸਾਹਿਬ ਦਾ ਇੱਕ ਆਸਣ ਤਿਆਰ ਕਰਦੇ ਸੀਗੇ, ਪਲੰਗ। ਤੇ ਇੰਨੀ ਭਾਵਨਾ ਦੇ ਨਾਲ ਨਾ ਉਸ ਪਲੰਗ ਦੇ ਥੱਲੇ ਸਾਹਮਣੇ ਬੈਠ ਕੇ ਨਾ ਮਹਾਰਾਜ ਸਾਹਿਬ ਨੂੰ ਚਿਤਵਦੇ, ਖਿਆਲ ਕਰਦੇ ਵੀ ਮਹਾਰਾਜ ਇਸ ਪਲੰਗ ਤੇ ਬੈਠੇ ਆ। ਤੇ ਉਹ ਉਸ ਪਲੰਗ ਨੂੰ ਮਹਾਰਾਜ ਸਾਹਿਬ ਦਾ ਪਲੰਗ ਮੰਨ ਲੈਂਦੇ। ਤੇ ਉਸ ਜਗ੍ਹਾ ਤੇ ਬੈਠੇ ਬੈਠੇ ਗੁਰੂ ਸਾਹਿਬ ਮਹਾਰਾਜ ਨੂੰ ਯਾਦ ਕਰਦੇ, ਪੂਜਾ ਕਰਦੇ ਸਨ। ਇਸ ਤਰ੍ਹਾਂ ਉਹ ਸਿੱਖ ਦੀ ਮਾਤਾ ਬਲਾਕੀ ਦਾਸ ਦੀ ਮਾਤਾ ਇਸ ਭਾਵਨਾ ਨਾਲ ਪਲੰਗ ਦੇ ਸਾਹਮਣੇ ਥੱਲੇ ਬੈਠ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰਦੀ ਸੀ। ਹਿਰਦੇ ਮਨੋਰਥ ਕੋ ਇਮ ਧਾਰੇ। ਤੇ ਉਸ ਮਾਤਾ ਨੇ ਮਨ ਵਿੱਚ ਨਾ ਇੱਕ ਮਨੋਰਥ ਧਾਰਨ ਕੀਤਾ ਹੋਇਆ ਸੀ ਇਸ ਤਰ੍ਹਾਂ। ਇਸ ਉਪਰ ਜਬ ਆਨ ਬਿਰਾਜੇ। ਉਹ ਮਨੋਰਥ ਇਹ ਸੀ ਕਿ ਮਹਾਰਾਜ ਸਾਹਿਬ ਇਸ ਉੱਪਰ ਆਣ ਕੇ ਬਿਰਾਜਮਾਨ ਹੋਣਗੇ। ਤਬ ਮੇਰੇ ਪੂਰਨ ਸਭ ਕਾਜੇ। ਟੇਕਾਂ ਤਾਂ ਜਾ ਕਰਕੇ ਮਹਾਰਾਜ ਸਾਹਿਬ ਕਈ ਬਾਰੇ ਸੋਚਦੀ, ਮਹਾਰਾਜ ਇਸ ਪਲੰਗ ਤੇ ਬੈਠਣਗੇ ਤੇ ਮੇਰੇ ਕਾਰਜ ਪੂਰੇ ਹੋਣਗੇ। ਤੂਲ ਸੁਧਾਰੇ ਆਪਣੇ ਹਾਥ। ਤੇ ਬੜੇ ਅਦਬ ਦੇ ਨਾਲ ਮਹਾਰਾਜ ਸਾਹਿਬ ਦੇ ਆਸਣ ਨੂੰ ਸੁਧਾਰਦੀ ਹੈ। ਪੁੰਨ ਕਾਤਿਓ ਸੁਖਮ ਹਿਤ ਸਾਥ। ਤੇ ਬਹੁਤ ਸੂਖਮ ਜੀਆਂ ਪਲਕਾਂ, ਰੁਮਾਲਾ ਸਾਹਿਬ ਇਹੋ ਜਿਹੇ ਰੁਮਾਲ ਤਿਆਰ ਕੀਤੇ, ਸੂਖਮ ਰੁਮਾਲ, ਜਿਹੜੇ ਬੜੇ ਅਦਬ ਦੇ ਨਾਲ ਉਸ ਪਲੰਗ ਸਾਹਿਬ ਦੇ ਉੱਪਰ ਉਹ ਫੇਰਦੀ ਹੈ। ਪ੍ਰੇਮ ਧਾਰ ਸੋ ਬਸਤਰ ਬੁਨਾਵਾ। ਬਹੁਤ ਪ੍ਰੇਮ ਨਾਲ ਇੱਕ ਬਸਤਰ ਉਹਨੇ ਮਹਾਰਾਜ ਸਾਹਿਬ ਜੀ ਵਾਸਤੇ ਤਿਆਰ ਕੀਤਾ ਸੀ। ਗੁਰ ਹਿਤ ਪੋਸ਼ਿਸ਼ ਸਕਲ ਬਨਾਵਾ। ਤੇ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਵਾਸਤੇ ਇੱਕ ਉਹ ਸੁੰਦਰ ਪੁਸ਼ਾਕ ਤਿਆਰ ਕੀਤੀ ਹੋਈ ਸੀ ਗੁਰੂ ਸਾਹਿਬ ਜੀ ਵਾਸਤੇ। ਧੂਪ ਦੀਪ ਪੂਜਾ ਨਿਤ ਕਰੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਸ ਬਣਾਏ ਹੋਏ ਆਸਣ ਦੇ ਲਾਗੇ ਸੁਗੰਧਿਤ ਕਰਨ ਵਾਸਤੇ ਜਗ੍ਹਾ ਨੂੰ ਗੁਰੂ ਸਾਹਿਬ ਪਾਤਸ਼ਾਹ ਜੀ ਦਾ ਧਿਆਨ ਧਰ ਕੇ
ਉਥੇ ਸੁੰਦਰ ਧੂਫ ਦਿਖਾਉਂਦੀ ਹੈ। ਦਰਸ਼ਨ ਆਸ ਧਿਆਨ ਪੁਨ ਤੇ ਧਰੈ। ਦਰਸ਼ਨ ਵਿੱਚ ਹਿਰਦੇ ਵਿੱਚ ਚਾਹਤ ਹੈ ਕਿ ਦੀਦਾਰ ਹੋ ਜਾਵਣ। ਆਰ ਬਲਾ ਮਮ ਭਈ ਬਤੀਤ। ਤੇ ਮਨ ਵਿੱਚ ਇੱਛਾ ਇਹ ਹੈ ਕਿ ਮੇਰੀ ਉਮਰ ਬਤੀਤ ਹੋ ਗਈ ਹੈ। ਨਿਤ ਪ੍ਰਤ ਵਧੈ ਗੁਰੂ ਪਗ ਪ੍ਰੀਤ। ਤੇ ਪ੍ਰੀਤ ਮੇਰੀ ਮਹਾਰਾਜ ਸਾਹਿਬ ਨਾਲ ਵਧੀ ਹੋਈ, ਵੱਧਦੀ ਜਿਵੇਂ ਜਿਵੇਂ ਉਮਰ ਬਤੀਤ ਹੋ ਰਹੀ ਉਵੇਂ ਉਵੇਂ ਪ੍ਰੀਤ ਵੱਧਦੀ ਜਾ ਰਹੀ ਹੈ। ਕਰੁਣਾ ਕਰ ਗੁਰ ਮਮ ਘਰ ਆਵੈ। ਕਿਰਪਾ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਮੇਰੇ ਘਰੇ ਆਉਣ, ਇਹ ਮਨ ਵਿੱਚ ਇੱਛਾ ਹੈ। ਇਸ ਪ੍ਰਿਯੰਕ ਪਰ ਬੈਠ ਸੁਹਾਵੈ। ਇੱਛਾ ਇਹ ਹੈ ਕਿ ਇਸ ਪਲੰਗ ਤੇ ਮਹਾਰਾਜ ਸਾਹਿਬ ਰਾਜਮਾਨ ਹੋਵਣ। ਪਹਿ ਰਹੈ ਪੋਸ਼ਿਸ਼ ਮੋ ਮਮ ਹਾਥ। ਤੇ ਪਤਾ ਇੱਛਾ ਕੀ ਹੈ, ਤਮੰਨਾ ਕੀ ਹੈ? ਜਿਹੜੀ ਪੋਸ਼ਾਕ ਬਣਾਈ ਹੈ ਨਾ, ਉਹ ਪੋਸ਼ਾਕ ਪਲੰਗ ਦੇ ਉੱਪਰ ਸਜਾਈ ਹੋਈ ਹੈ ਤੇ ਮਹਾਰਾਜ ਸਾਹਿਬ ਇਸ ਪਲੰਗ ਨੂੰ, ਇਸ ਵਾਹਿਗੁਰੂ ਇਸ ਪੋਸ਼ਾਕ ਨੂੰ ਮਹਾਰਾਜ ਸਾਹਿਬ ਨੂੰ ਆਪ ਪਹਿਨਾਵਾਂ। ਤੁਸੀਂ ਕਦੇ ਹਜ਼ੂਰ ਸਾਹਿਬ ਮਹਾਂਪੁਰਖ ਜਦੋਂ ਉੱਥੇ ਕੋਈ ਸਤਿਪੁਰਸ਼ ਮਹਾਂਪੁਰਖ ਜਾਂਦੇ ਨੇ ਨਾ, ਤੇ ਹਜ਼ੂਰ ਸਾਹਿਬ ਵਾਲੇ ਮਹਾਂਪੁਰਖ ਜਿਹੜੇ ਨੇ ਉਹ ਗੁਰਸਿੱਖਾਂ ਪਿਆਰਿਆਂ ਨੂੰ ਇੱਕ ਪੋਸ਼ਾਕਾ ਪਹਿਨਾਉਂਦੇ ਆ ਸਤਿਕਾਰ ਦੇ ਤੌਰ ਤੇ। ਇਸ ਤਰ੍ਹਾਂ ਹੀ ਉਸ ਮਾਤਾ ਨੇ ਇੱਕ ਪੋਸ਼ਾਕਾ ਮਹਾਰਾਜ ਸਾਹਿਬ ਵਾਸਤੇ ਤਿਆਰ ਕੀਤਾ ਹੋਇਆ ਸੀ ਕਿ ਮਹਾਰਾਜ ਸਾਹਿਬ ਨੂੰ ਆਪ ਪਹਿਨਾਉਣਾ ਹੈ, ਭੇਟਾ ਕਰਨਾ ਹੈ। ਕਰਹਿ ਆਹਾਰ ਇਹਾਂ ਗੁਰਨਾਥ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰੀਤ ਅੰਦਰ ਜੁੜੀ ਹੋਈ ਮਾਤਾ। ਲੱਖ ਕਰ ਗਮਨੇ ਅੰਤਰ ਜਾਮੀ। ਮਹਾਰਾਜ ਸਾਹਿਬ ਜਦੋਂ ਢਾਕੇ ਪਹੁੰਚੇ ਤੇ ਬਾਕੀ ਦਲ ਬਾਹਰ ਰੋਕ ਦਿੱਤਾ। ਮਹਾਰਾਜ ਸਾਹਿਬ ਆਪ ਉਸ ਮਾਤਾ ਦੀ ਭਾਵਨਾ ਦੇ ਕੇ ਤੁਰ ਪਏ ਉਹਦੇ ਘਰ ਵੱਲ ਨੂੰ। ਲੀਨਸ ਤਿਸ ਘਰ ਕੋ ਮਗ ਸੁਆਮੀ। ਮਹਾਰਾਜ ਸਾਹਿਬ ਨੇ ਉਸ ਬਲਾਕੀ ਦਾਸ ਦੇ ਘਰ ਦਾ ਰਾਹ ਫੜਿਆ। ਜਾਏ ਠਾਂਡ ਹੋਏ ਤਿਸ ਪੌਰ। ਮਹਾਰਾਜ ਸਾਹਿਬ ਜਾ ਖਲੋਤੇ ਉਥੇ। ਸੁਧ ਭੇਜੀ ਅੰਤਰ ਜਿਸ ਠੌਰ। ਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਗੁਰੂ ਸਾਹਿਬ ਪਾਤਸ਼ਾਹ ਜੀ ਨੇ ਖਬਰ ਭੇਜੀ ਸਿੱਖ ਸੰਗਤਾਂ ਮਹਾਰਾਜ ਸਾਹਿਬ ਨੂੰ ਵੀ ਮਹਾਰਾਜ ਉਹ ਸਿੱਖ ਦੇ ਘਰ ਬਲਾਕੀ ਦਾਸ ਦੇ ਘਰ ਚਲੇ ਗਏ। ਸਿੱਖ ਨੂੰ ਪਤਾ ਲੱਗਾ ਮਹਾਰਾਜ ਸਾਹਿਬ ਆਏ, ਉਹਦੀ ਮਾਤਾ ਨੂੰ ਦੱਸਿਆ, ਬੜੀ ਖੁਸ਼ ਹੋਈ, ਬੜੀ ਚਿੱਤ ਵਿੱਚ ਚਾਹਤ ਪੈਦਾ ਹੋਈ। ਉਸ ਮਾਤਾ ਜੀ ਦੀ ਭਾਵਨਾ ਕੀ ਸੀ ਦਰਸ਼ਨ ਕਰਨ ਦੀ, ਕਿਵੇਂ ਉਹਨੇ ਦੀਦਾਰ ਕੀਤੇ, ਕੱਲ੍ਹ ਦੇ ਦੀਵਾਨ 'ਚ ਇਸ ਇਤਿਹਾਸ ਨੂੰ ਵਿਚਾਰਾਂਗੇ। ਗੁਰੂ ਸਾਹਿਬ ਪਾਤਸ਼ਾਹ ਦੇ ਇਤਿਹਾਸ ਦੀ ਵਿਚਾਰ ਕਰਦਿਆਂ ਤੁਸ਼ ਬੁੱਧੀ ਹੋਣ ਦੇ ਕਾਰਨ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਨ। ਚੜ੍ਹਦੀਆਂ ਕਲਾ ਗੁਰ ਸਿੱਖੀ ਜੀਵਨ ਤਿਲ ਫੁੱਲ ਭਟਾਵਾਂ ਯਾਤਰਾਵਾਂ ਸੇਵਾਵਾਂ ਸਫਲ ਕਰਨ ਅੰਗ ਸੰਗ ਸਹਾਈ ਹੋਣ ਜੀ। ਗੁਰੂ ਘਰ ਦੇ ਅੰਦਰ ਗੁਰੂ ਕੇ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ। ਆਪ ਸੰਗਤਾਂ ਨੂੰ ਬੇਨਤੀ ਹੈ ਤਨ ਮਨ ਧਨ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਹੈ ਜੀ। ਲੱਖ ਕਰ ਗਮਨੇ ਅੰਤਰ ਜਾਮੀ। ਲੀਨਸ ਤਿਸ ਘਰ ਕੋ ਮਗ ਸੁਆਮੀ। ਜਾਏ ਠਾਂਡ ਹੋਏ ਤਿਸ ਪੌਰ। ਸੁਧ ਭੇਜੀ ਅੰਤਰ ਜਿਸ ਠੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਵਾਹਿਗੁਰੂ।